ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਅਜय ਰਾਠੌਰ ਤੇ ਇਸ ਵੇਲੇ ਅਸੀਂ ਬੈਠੇ ਹਾਂ ਕੁਰਾਲੀ ਰਾਜੀਵ ਸਿੰਗਲਾ ਜੀ। ਰਾਜੀਵ ਸਿੰਗਲਾ ਜੀ ਜਿਨ੍ਹਾਂ ਦੇ ਬੇਟੇ ਇਸ ਵੇਲੇ ਯੂਕਰੇਨ ਨੇ ਸਟੱਡੀ ਕਰਨ ਗਏ ਨੇ ਅਤੇ ਕੀ ਦਿੱਕਤਾਂ ਨੇ ਉੱਥੇ ਜਿਹੜੀਆਂ ਨੇ ਉਸ ਪ੍ਰਤੀ ਅਸੀਂ ਗੱਲਬਾਤ ਕਰਦੇ ਹਾਂ। ਦੱਸ ਜੀ ਆਪ ਨੂੰ ਕਿ ਯੂਕਰੇਨ ਦੇ ਉੱਤੇ ਇਸ ਵੇਲੇ ਜਿਹੜਾ ਕਿ ਰਸ਼ੀਆ ਨੇ ਹਮਲਾ ਕੀਤਾ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਉੱਥੇ ਦੀ ਸਥਿਤੀ ਕਾਫੀ ਗੰਭੀਰ ਹੋ ਗਈ ਆ ਔਰ ਲਗਭਗ ਜਿਹੜੇ ਨੇ 20,000 ਦੇ ਕਰੀਬ ਜਿਹੜੇ ਬੱਚੇ ਨੇ ਇੰਡੀਅਨ ਜਿਹੜੇ ਸਟੂਡੈਂਟਸ ਨੇ ਉਹ ਉੱਥੇ ਇਸ ਵੇਲੇ ਫਸੇ ਹੋਏ ਨੇ। ਉਹਨਾਂ ਦੇ ਵਿੱਚੋਂ 2 ਜਾਂ 3 ਹਜ਼ਾਰ ਦੇ ਕਰੀਬ ਵਾਪਸ ਵੀ ਆ ਗਏ ਸੀਗੇ, ਲੇਕਿਨ ਬਾਕੀਆਂ ਦੀ ਦਿੱਕਤਾਂ ਬਹੁਤ ਵੱਡੀਆਂ ਨੇ। ਔਰ ਇਸ ਵੇਲੇ ਜਿਹੜੇ ਰਾਜੀਵ ਸਿੰਗਲਾ ਜੀ ਉਹਨਾਂ ਦੇ ਬੇਟੇ ਇਸ ਵੇਲੇ ਜਿਹੜੇ ਯੂਕਰੇਨ ਸਟੱਡੀ ਲਈ ਗਏ ਨੇ ਅਤੇ MBBS ਦੇ ਲਈ ਗਏ ਨੇ ਉੱਥੇ ਸਟੱਡੀ ਦੇ ਲਈ। ਅਤੇ ਕੀ ਉੱਥੇ ਇਸ ਵੇਲੇ ਦਿੱਕਤਾਂ ਨੇ ਬੇਟੇ ਦੀਆਂ ਔਰ ਜਿਹੜੇ ਉੱਥੇ ਸਟੂਡੈਂਟਸ ਨੇ ਉਸ ਪ੍ਰਤੀ ਅਸੀਂ ਰਾਜੀਵ ਸਿੰਗਲਾ ਜੀ ਦੇ ਨਾਲ ਇੱਕ ਵਾਰ ਗੱਲ ਕਰਦੇ ਹਾਂ। ਰਾਜੀਵ ਸਿੰਗਲਾ ਜੀ, ਬੇਟਾ ਆਪਦਾ ਯੂਕਰੇਨ ਹੈ, ਕਦੋਂ ਗੱਲ ਹੋਈ ਸੀਗੀ? ਉਹਨਾਂ ਦੇ ਨਾਲ ਮੇਰੀ ਰਾਤ ਗੱਲ ਹੋਈ ਸੀਗੀ ਅਤੇ ਉਹਨਾਂ ਵੱਲੋਂ ਜੋ ਦੱਸਿਆ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਗੌਰਮੈਂਟ, ਇੰਡੀਅਨ ਅੰਬੈਸਡਰ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲ ਰਹੀ, ਭਾਵੇਂ ਕਿ ਇੰਡੀਅਨ ਗੌਰਮੈਂਟ ਵੱਲੋਂ ਪਿਛਲੇ 15-20 ਦਿਨ ਤੋਂ ਕਿਹਾ ਜਾ ਰਿਹਾ ਕਿ ਇੰਡੀਅਨ ਸਟੂਡੈਂਟਸ ਵਾਪਸ ਆ ਜਾਓ। ਲੇਕਿਨ ਕਿਆ ਮੈਂ ਜਾਣਨਾ ਚਾਹੁੰਦਾ ਵੀ ਕਿਆ ਇੰਡੀਅਨ ਗੌਰਮੈਂਟਸ ਦੀ ਸਿਰਫ ਐਡਵਾਈਜ਼ਰੀ ਜਾਰੀ ਕਰਨਾ ਹੀ ਇੱਕ ਸੋਲੂਸ਼ਨ ਸੀ ਜਾਂ ਉਹਨਾਂ ਨੂੰ ਕੋਈ ਰਾਹਤ ਦੇਣਾ ਵੀ ਕੋਈ ਹੈ? ਕਿਉਂਕਿ ਯੂਨੀਵਰਸਿਟੀ ਦੇ ਵੱਲੋਂ ਜੋ ਐਡਵਾਈਜ਼ਰੀ ਜਾਰੀ ਕਰੀ ਜਾ ਰਹੀ ਹੈ ਉਸ 'ਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 3rd ਈਅਰ ਦੇ ਵਿੱਚ ਜੋ ਕਰੋਕ ਫੇਸ 1 ਹੁੰਦਾ ਹੈ ਅਤੇ 6ਵੇਂ ਸਾਲ ਦੇ ਵਿੱਚ ਉਹਨਾਂ ਦਾ ਕਰੋਕ ਦਾ ਫੇਸ 2 ਹੁੰਦਾ ਹੈ। ਇਹ ਜੋ ਕਰੋਕ ਹੈ ਇਹ ਦੇਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਕਰੋਕ ਨੂੰ ਕਲੀਅਰ ਕਰੋਗੇ ਤਦੇ ਤੁਸੀਂ ਨੈਕਸਟ ਸਟੈਪ ਦੇ ਉੱਪਰ ਜਾ ਸਕਦੇ ਹਾਂ। ਯਾਨੀ ਕਿ 3rd ਈਅਰ ਵਾਲਾ ਬੱਚਾ 4th ਈਅਰ 'ਚ ਜਾ ਸਕਦਾ ਹੈ ਅਤੇ 6th ਈਅਰ ਵਾਲੇ ਬੱਚੇ ਨੂੰ ਡਿਗਰੀ ਮਿਲੇਗੀ। ਅਤੇ ਇਹ ਕੋਈ ਔਨਲਾਈਨ ਪ੍ਰੋਸੈਸ ਨਹੀਂ ਹੋ ਸਕਦਾ, ਔਨਲਾਈਨ ਐਗਜ਼ਾਮ ਨਹੀਂ ਹੋ ਸਕਦਾ। ਠੀਕ ਹੈ ਜੀ। ਅਤੇ ਉਹਨਾਂ ਵੱਲੋਂ ਇੱਕ ਗੱਲ ਅਹਿਮ ਤੌਰ 'ਤੇ ਕਹੀ ਗਈ ਹੈ ਜੋ ਪਿਛਲੀ 23 ਤਾਰੀਖ ਨੂੰ ਉਹਨਾਂ ਵੱਲੋਂ ਯੂਨੀਵਰਸਿਟੀਜ਼ ਵੱਲੋਂ ਕਿਹਾ ਗਿਆ, ਜਿਹਦੇ 'ਚ ਜੋ ਐਗਜ਼ਾਮ ਕੇਂਦਰ ਦਾ ਡੀਨ ਹੈ ਅਤੇ ਕਾਲਜ ਦੇ ਡੀਨ ਹੈ ਉਹਨਾਂ ਵੱਲੋਂ ਕਿਹਾ ਗਿਆ ਕੋਈ ਵੀ ਕਰੋਕ को रद्द नहीं कर सकता या इसे ऑनलाइन नहीं कर सकता। मंत्रालय ऐसा नहीं करेगा और करोक पास किए बिना आप 6वां कोर्स ਪਾਸ ਨਹੀਂ ਕਰੋਗੇ। ਇਹ ਜੋ ਹੈ ਇਹ 6ਵੇਂ ਸਾਲ ਦੇ ਬੱਚਿਆਂ ਲਈ ਕਿਹਾ ਗਿਆ ਜੋ ਇਸ ਟਾਈਮ ਫਾਈਨਲ ਈਅਰ ਦੇ ਵਿੱਚ ਹੈ। ਠੀਕ ਹੈ ਜੀ। ਅਤੇ ਸੈਕਿੰਡ ਉਹਨਾਂ ਨੇ ਕਿਹਾ ਕਿ राज्य की परीक्षाएं भी ऑफलाइन होंगी, कोई ऑनलाइन नहीं होएगी। ठीक है जी। आप इसको मतलब ऑनलाइन चेक भी कर सकते हैं। ਅਤੇ ਕਹਿਣ ਦਾ ਭਾਵ ਹੈ ਕਿ ਯੂਨੀਵਰਸਿਟੀ ਨੇ ਬਿਲਕੁਲ ਇਹ ਸਪਸ਼ਟ ਕਰ ਦਿੱਤਾ ਕਿ ਅਗਰ ਕੋਈ ਬੱਚਾ ਜਾ ਰਿਹਾ ਆਪਣੇ ਘਰ ਜਾ ਰਿਹਾ, ਵਾਪਸ ਜਾ ਰਿਹਾ ਆਪਣੇ ਕੰਟਰੀ ਨੂੰ, ਤਾਂ ਉਹ ਆਪਣੇ ਰਿਸਕ 'ਤੇ ਜਾ ਰਿਹਾ ਕਿ ਉਸ ਨੂੰ ਡਿਗਰੀ ਨਹੀਂ ਮਿਲੇਗੀ, ਬਿਲਕੁਲ ਕਿ ਉਸ ਨੂੰ ਰਿਪੀਟ ਕਰਨਾ ਪਏਗਾ। ਇਹਦੇ ਵਿੱਚ ਕਿਹਾ ਹੋਇਆ ਸਭ ਕੁਛ ਇਹ ਉਹਨਾਂ ਨੇ ਅੱਗੇ ਕਿਹਾ ਜੀ ਕੋਈ ਸੈਕਸ਼ਨ ਮਤਲਬ ਜੋ ਐਜੂਕੇਸ਼ਨ ਸਿਸਟਮ ਹੈ ਉਹਦੇ नहीं चाहता। एक नंबर पे उन्होंने एक भी नहीं, 1 से 6वें पाठ्यक्रम से अन्यथा आप क्रोक में शामिल नहीं होंगे। अगर कोई भी ड्रॉप करता है क्रोक दे विच शामिल नहीं होंगे। ठीक है जी। आज हमने रेक्टर और अन्य डीन के साथ बैठक की, मतलब सारी यूनिवर्सिटीज़ ने ही दे डीना ने आपस में बैठक की है, तो हमने निष्कर्ष निकाला कि सब कुछ मुफ्त होगा वर्कआउट, लेकिन विभागों और शिक्षक को इस बारे में अभी तक पता नहीं है, इसलिए हम परसों बैठक करेंगे। जो चले गए और जा रहे हैं उन्हें जाने के लिए कौन कह रहा है, किसने उन्हें जाने के लिए कहा? हमने नहीं कहा। ये यूनिवर्सिटी दे जेडे डीन ने कहा है जी, यदि आप सुनिश्चित हैं कि आप 6वां कोर्स दोहरा सकते हैं, भी दोबारा रिपीट कर सकते हैं, तो आप छोड़ के चले जाइए। ਉਹ ਤਾਂ ਫਿਰ ਇੱਕ ਪੇਰੈਂਟਸ 'ਤੇ ਵੀ ਖਰਚਾ ਬਹੁਤ ਵੱਡਾ ਹੈ ਅਤੇ ਪ੍ਰੋਸੈਸ ਵੀ ਅਡਾਪਟ ਕਰਨਾ ਪੈ ਗਿਆ। 6 ਸਾਲ ਦਾ ਵੀਜ਼ਾ ਯੂਕਰੇਨ ਦਾ ਪਹਿਲਾਂ ਹੀ ਮਿਲਿਆ, ਅਤੇ ਅਗਰ ਬੱਚਾ 1 ਸਾਲ ਡਰੋਪ ਕਰ ਗਿਆ ਤਾਂ ਉਸ ਨੂੰ ਤਾਂ ਉਹ ਪ੍ਰੋਸੈਸ ਸਾਰਾ ਅਡਾਪਟ ਕਰਨਾ ਪੈ ਗਿਆ ਅਤੇ ਖਰਚਾ ਤਕਰੀਬਨ ਡਬਲ ਹੋ ਗਿਆ ਜੀ। ਬਿਲਕੁਲ ਜੀ। ਦੇਖੋ ਜੋ ਸਟੂਡੈਂਟ ਜਾਂਦਾ ਗਿਆ ਉਹਨੂੰ 6 ਸਾਲ ਦਾ ਇੱਕ ਪਰਮਨੈਂਟ ਪਾਸਪੋਰਟ ਮਿਲਦਾ ਹੈ, ਜੋ ਕਿ 6 ਸਾਲ ਤੋਂ ਬਾਅਦ ਆਟੋਮੈਟਿਕਲੀ ਕੈਂਸਲ ਹੋ ਜਾਂਦਾ ਹੈ। ਇਹ ਤਾਂ ਹੋ ਗਈ ਕਿ ਦਿੱਕਤ
ਇਸ ਚੀਜ਼ ਦੀ ਕਿ ਬੱਚੇ ਨੂੰ ਰਿਪੀਟ ਕਰਨਾ ਪਏਗਾ ਅਗਰ ਉਹ ਕੰਟਰੀ ਛੱਡ ਦਿੰਦਾ ਅੱਜ ਤੋਂ ਕੁਝ ਦਿਨ ਪਹਿਲਾਂ। ਹੁਣ ਤਾਂ ਪੋਸੀਬਲ ਹੈ ਹੀ ਨਹੀਂ, ਫਲਾਈਟਸ ਵੀ ਬੰਦ ਹੋ ਗਈਆਂ ਨੇ। ਸਭ ਕੁਝ ਬੰਦ ਬਾਹਰ ਉੱਥੇ ਤੋਂ ਉਹਨਾਂ ਨੇ ਐਡਵਾਈਜ਼ਰੀ ਜਾਰੀ ਕਰਤੀ ਉੱਥੇ ਦੀ ਗਵਰਨਮੈਂਟ ਨੇ ਕਿ ਕੋਈ ਵੀ ਬੰਦਾ ਬਾਹਰ ਨਾ, ਸਿਵਲੀਅਨ ਜਿਹੜਾ ਹੈ ਕਿ ਬਾਹਰ ਨਾ ਨਿਕਲੇ, ਠੀਕ ਹੈ। ਤੇ ਹੁਣ ਤਾਂ ਪੋਸੀਬਲ ਹੈ ਹੀ ਨਹੀਂ। ਤੇ ਹੁਣ ਜਿਹੜੀ ਵੱਡੀ, ਸਭ ਤੋਂ ਵੱਡੀ ਸਮੱਸਿਆ ਅਸੀਂ ਸਮਝ ਸਕਦੇ ਹਾਂ, ਇੱਕ ਚਿੰਤਾ, ਮਾਂ ਬਾਪ ਦੀ ਜਿਹੜੀ ਚਿੰਤਾ ਕਿ ਬੱਚਾ ਯੂਕਰੇਨ ਬੈਠਾ ਹੈ, ਅਸੀਂ ਇੰਡੀਆ ਦੇ ਵਿੱਚ ਬੈਠੇ ਹਾਂ। ਸਾਡੇ ਕੋਲ ਬੱਚਾ ਹੋਏ ਤਾਂ ਕੁਝ ਹੋਰ ਗੱਲ ਹੁੰਦੀ ਹੈ, ਸਾਨੂੰ ਪਤਾ ਹੁੰਦਾ ਕਿ ਚਾਹੇ ਭਾਵੇਂ ਉਰੇ ਕੁਝ ਵੀ ਹੋ ਰਿਹਾ ਹੋਵੇ, ਇੱਕ ਬੱਚਾ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਹੈ। ਇਸ ਵੇਲੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ? ਬੇਟੇ ਨਾਲ ਗੱਲ ਹੋਈ ਹੈ ਕਿ ਉਹ ਉੱਥੇ ਦੇ ਹਾਲਾਤ ਕਿਵੇਂ ਦੇ ਨੇ? ਦੇਖੋ, ਸ਼ਹਿਰ ਦੇ ਅੰਦਰ ਤਾਂ ਹਾਲਾਤ ਹਜੇ ਨੋਰਮਲ ਨੇ। ਜਿੱਦਾਂ ਮੇਰਾ ਬੇਟਾ ਹੈ ਉਹ ਓਡੇਸਾ ਸਿਟੀ 'ਚ ਹੈ, ਬਲੈਕ ਸੀ ਦੇ ਨਜ਼ਦੀਕ ਹੈ, ਠੀਕ ਹੈ ਜੀ। ਉੱਥੇ ਬਲਾਸਟ ਕੱਲ੍ਹ ਹੋਏ ਹੈ, 4 ਜਾਂ 5 ਬਲਾਸਟ ਹੋਏ ਹੈ ਕੱਲ੍ਹ, ਠੀਕ ਹੈ ਜੀ, ਅਰਲੀ ਮੋਰਨਿੰਗ। ਅਤੇ ਸ਼ਹਿਰ ਦੇ ਅੰਦਰ ਮਿਲਟਰੀ ਡਰਿਲਿੰਗ ਹੋ ਰਹੀ ਹੈ, ਲੇਕਿਨ ਹਜੇ ਫਿਲਹਾਲ ਜੋ ਹੈ ਸਥਿਤੀ ਹੈ ਕ੍ਰੂਸ਼ਲ ਹੈ। ਬੱਚੇ ਬਾਹਰ ਨਹੀਂ ਨਿਕਲ ਸਕਦੇ, ਕੁਛ ਨਹੀਂ ਕਰ ਸਕਦੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚਿਆਂ ਕੋਲ ਇੱਕ ਲਿਮਟਿਡ ਪੈਸੇ ਹੁੰਦੇ ਆ। ਕਿਸੇ ਕੋਲ $50 ਹੈ, ਕਿਸੇ ਕੋਲ $100 ਹੈ ਮੈਕਸਿਮਮ, ਜਾਂ ਉਹਨਾਂ ਦੇ ਕਾਰਡਾਂ ਦੇ ਵਿੱਚ ਪਏ ਨੇ ਪੈਸੇ। ਅਤੇ ਜੋ ATMs ਦੀ ਸਥਿਤੀ ਸਾਹਮਣੇ ਆ ਰਹੀ ਹੈ, ਉਹਨਾਂ 'ਚੋਂ ਪੈਸੇ ਇਸ ਟਾਈਮ ਖਾਲੀ ਹੋ ਚੁੱਕੇ ਆ, ਪੈਸਾ ਨਹੀਂ ਨਿਕਲ ਰਿਹਾ। ਬੱਚਿਆਂ ਕੋਲ ਖਾਣ ਪੀਣ ਦਾ ਸਮਾਨ ਦੀ ਮੁਸ਼ਕਿਲ ਹੋ ਰਹੀ ਹੈ ਅੱਗੇ ਅੱਗੇ, ਕਿਉਂਕਿ ਜਿਹੜੀ ਬਾਹਰ ਦੀ ਯੂਨੀਵਰਸਿਟੀਜ਼ ਹੈ ਇਹਨਾਂ 'ਚ ਹੋਸਟਲ ਨਾਮ ਦੀ ਤਾਂ ਚੀਜ਼ ਹੈ ਨਹੀਂ ਕੋਈ ਵੀ ਹੋਸਟਲ ਦੇ ਵਿੱਚ ਸਭ ਕੁਝ ਪ੍ਰੋਵਾਈਡ ਹੋਏਗਾ। ਆਪਣੇ ਫਲੈਟਸ ਵਗੈਰਾ ਜਾਂ ਕਿਤੇ ਕਿਰਾਏ 'ਤੇ ਰਹਿੰਦੇ ਨੇ ਬੱਚੇ? ਬਿਲਕੁਲ ਜੀ, ਉੱਥੇ ਫਲੈਟਾਂ ਦੇ ਵਿੱਚ ਰਹਿੰਦੇ ਆ ਬੱਚੇ, ਠੀਕ ਹੈ ਜੀ। ਉਹਨਾਂ ਨੇ ਖਾਣ ਪੀਣ ਦਾ ਅਰੇਂਜ ਆਪਣਾ ਕੀਤਾ ਹੋਇਆ, ਸਭ ਕੁਝ ਆਪਣਾ ਹੈ। ਅਤੇ ਇੱਕ ਸਥਿਤੀ ਇਹ ਹੁੰਦੀ ਜਾ ਰਹੀ ਹੈ ਕਿ ਅੱਗੇ ਅੱਗੇ ਖਾਣ ਪੀਣ ਦੀ ਵਸਤਾਂ ਦੀ ਵੀ ਘਾਟ ਆਉਣੀ ਸ਼ੁਰੂ ਹੋ ਗਈ ਹੈ। ਜਿਵੇਂ ਕਿ ਆਪ ਨੇ ਦੱਸਿਆ ਕਿ ਕੁਝ ਬਲਾਸਟ ਹੋਏ ਨੇ, ਬੱਚੇ ਛੋਟੇ ਨੇ। ਆਪ ਦੇ ਬੇਟੇ ਦੀ ਉਮਰ ਕਿੰਨੀ ਹੈ? ਮੇਰੇ ਬੇਟੇ ਦੀ ਉਮਰ ਇਸ ਟਾਈਮ ਹੈ ਜੀ 21 ਸਾਲ। ਅਤੇ ਉਸ ਦੇ ਨਾਲ ਹੋਰ ਕਿੰਨੇ ਬੱਚੇ ਰਹਿ ਰਹੇ ਨੇ ਉੱਥੇ? ਕਿੰਨੇ ਸਟੂਡੈਂਟ ਨੇ? ਉਹਨਾਂ ਦੇ ਨਾਲ ਇੱਕ ਬੱਚਾ ਹੋਰ ਹੈ, ਉਹ ਰਾਜਸਥਾਨ ਤੋਂ ਹੈ, ਅਤੇ ਬਾਕੀ ਉਹਦੇ ਫਰੈਂਡ ਹੈ, ਉਹ ਦੂਜੇ ਫਲੈਟ 'ਚ ਰਹਿੰਦੇ ਆ, 3 ਹੋਰ ਨੇ। ਕਿਤੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੰਦਰੂਨੀ ਤੌਰ 'ਤੇ ਉਹ ਕਿਸੇ ਦਹਿਸ਼ਤ ਦੇ ਵਿੱਚ ਤਾਂ ਨਜ਼ਰ ਤਾਂ ਨਹੀਂ ਆ ਰਹੇ? ਤੁਹਾਡੇ ਨਾਲ ਗੱਲਬਾਤ ਹੁੰਦੀ ਹੈ? ਦੇਖੋ, ਗੱਲ ਇਹ ਹੈ, ਬੱਚਾ ਸਾਨੂੰ ਬੋਲਡ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਉਹਨੂੰ ਬੋਲਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੋਨੋਂ ਆਪਣੇ ਗਮ ਜਿਹੜੇ ਹੈ ਅੰਦਰ ਛੁਪਾਈ ਬੈਠੇ ਨੇ। ਦੋਨੋਂ ਇੱਕ ਦੂਜੇ ਨੂੰ ਇਹ ਚੀਜ਼ ਨੂੰ ਸ਼ੋਅ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਗਰ ਬੱਚਾ ਡਰੇਗਾ, ਡਰ ਦਾ ਸ਼ੋਅ ਹੋ ਗਿਆ ਤਾਂ ਪੇਰੈਂਟਸ ਦੇ ਉੱਪਰ ਅਸਰ ਪੈਂਦਾ ਹੈ। ਪੇਰੈਂਟਸ ਡਰਦੇ ਹੈ ਤਾਂ ਬੱਚੇ ਦੇ ਉੱਪਰ ਅਸਰ ਪੈਂਦਾ ਹੈ। ਇਸ ਕਰਕੇ ਮਤਲਬ ਅਸੀਂ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਡਰੇ ਹੋਏ ਦੋਨੋਂ ਨੇ, ਲੇਕਿਨ ਅਸੀਂ ਦੋਨੋਂ ਇੱਕ ਦੂਜੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਆਪਣੇ ਗਮ ਜਿਹੜੇ ਆਪਣੇ ਅੰਦਰ ਛੁਪਾਈ ਬੈਠੇ ਹਾਂ। ਬੇਟੇ ਨਾਲ ਗੱਲ ਹੋਈ? ਬੇਟੇ ਨੂੰ ਆਪਨੇ ਐਡਵਾਈਸ ਜ਼ਰੂਰ ਕੀਤਾ ਹੋਣਾ ਕਿ ਉਹ ਆਪਣੇ ਕੋਲ ਪੈਸੇ ਵੀ ਰੱਖੇ ਔਰ ਖਾਣ ਪੀਣ ਦਾ ਸਮਾਨ, ਖਾਸ ਕਰ ਜਿਹੜੀ ਹੈ ਕਿ ਸਭ ਤੋਂ ਵੱਡੀ ਗੱਲ ਹੈ। ਅਤੇ ਦੂਜੀ ਗੱਲ ਇਹ ਹੈ ਕਿ ਉੱਥੇ ਸੁਣਿਆ ਜਾਂਦਾ ਹੈ ਕਿ ਪਾਣੀ ਦੀ ਵੀ ਬੜੀ ਦਿੱਕਤ ਹੁੰਦੀ ਹੈ, ਪੀਣ ਦੇ ਪਾਣੀ ਦੀ। ਇੱਦਾਂ ਦਾ ਵੀ ਹੈ ਕਿ ਸਟਾਕ ਕਰਨਾ ਜ਼ਰੂਰੀ ਹੈ ਪਾਣੀ ਦਾ ਵੀ? ਦੇਖੋ, ਫਿਲਹਾਲ ਤਾਂ ਪਾਣੀ ਦੀ ਕੋਈ ਦਿੱਕਤ ਨਹੀਂ ਹੈ, ਸਟੋਰ ਤਾਂ ਕਰਨਾ ਹੀ ਪਏਗਾ। ਕਾਰਨ ਕੀ ਹੈ, ਜਦੋਂ ਬੰਬਾਰੀ ਹੁੰਦੀ ਹੈ ਕਿਤੇ ਵੀ ਕੋਈ ਵੀ ਮਿਸਹੈਪਨਿੰਗ ਹੋ ਸਕਦੀ ਹੈ। ਜਿੱਦਾਂ ਕਿ ਪਾਣੀ ਦੀ ਪਾਈਪਲਾਈਨ ਫਟ ਗਈ, ਪਾਣੀ ਅਵਰੁੱਧ ਹੋ ਗਿਆ। ਹੁਣ ਗੈਸ, ਜਿਹੜੀ ਕੁਕਿੰਗ ਗੈਸ ਹੈ, ਇਹ ਵੀ ਉੱਥੇ ਪਾਈਪਲਾਈਨ ਦੇ ਥਰੂ ਹੈ, ਇਹ ਵੀ ਕਿਸੇ ਵੀ ਟਾਈਮ ਬੰਦ ਹੋ ਸਕਦੀ ਹੈ। ਹੁਣ ਅਸੀਂ ਬੱਚੇ ਨੂੰ ਕਿਹਾ, ਮੈਂ ਜੋ ਆਪਣੇ ਬੇਟੇ ਨੂੰ ਕਿਹਾ ਬਈ ਕੱਚਾ ਖਾਣਾ ਤਾਂ ਰੱਖਣਾ ਹੀ ਰੱਖਣਾ, ਨਾਲ ਐਸੀ ਚੀਜ਼ਾਂ ਵੀ ਰੱਖੋ ਜਿੱਦਾਂ ਬਿਸਕੁਟ ਹੋ ਗਏ, ਨਮਕੀਨ ਹੋ ਗਈ, ਬ੍ਰੈਡ ਬਨ ਹੋ ਗਏ, ਜਿਹੜੇ ਪੈਕਡ ਆਉਂਦੇ ਆ, ਏਅਰ ਉਹ ਹੁੰਦੇ ਆ, ਅਤੇ ਉਹ ਹਫ਼ਤਾ ਕੱਢ ਜਾਂਦੇ ਆ। ਇੰਡੀਅਨ ਅੰਬੈਸੀ ਵੱਲੋਂ ਕੋਈ ਐਡਵਾਈਜ਼ਰੀ ਜਾਰੀ ਹੋਈ ਹੈ? ਇੰਡੀਅਨ ਅੰਬੈਸੀ ਵੱਲੋਂ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਜੋ ਲੇਟੈਸਟ ਅੱਜ ਦੀ ਹੈ ਕਿ ਇੰਡੀਅਨ ਬੱਚਿਆਂ ਨੂੰ ਕੱਢਣ ਵਾਸਤੇ ਬਾਰਡਰ ਦੇ ਉੱਪਰ ਰਾਹਤ ਕੈਂਪ ਬਣਾਏ ਗਏ ਨੇ, ਜਿਵੇਂ ਕਿ ਪੋਲੈਂਡ ਦੇ ਕੋਲ, ਹੰਗਰੀ ਦੇ ਕੋਲ। ਪਰ ਮੈਂ ਸਰਕਾਰ ਤੋਂ ਇੱਕ ਗੱਲ ਜਾਣਨਾ ਚਾਹੁੰਦਾ ਹਾਂ ਇਸ ਐਡਵਾਈਜ਼ਰੀ ਦੇ ਉੱਪਰ ਹੀ, ਕਿ ਬੱਚਾ ਉਸ ਬਾਰਡਰ 'ਤੇ ਪਹੁੰਚੇਗਾ ਕਿਵੇਂ ਪਹੁੰਚੇਗਾ? ਜੋ ਬੱਚਾ 1000 ਤੋਂ ਲੈ ਕੇ 1500 ਕਿਲੋਮੀਟਰ ਦੂਰ ਬੈਠਾ ਹੈ, ਔਰ ਪੋਲੈਂਡ ਦੇ ਹੀ ਬਾਰਡਰ ਤੋਂ ਇਹ ਲੜਾਈ ਸ਼ੁਰੂ ਹੋਈ ਹੈ, ਜੋ ਬੱਚਿਆਂ ਦਾ ਦੱਸਣਾ ਹੈ। ਉੱਥੇ ਹੀ ਬੇਸ ਕੈਂਪ ਨੇ? ਉੱਥੇ ਹੀ ਬੇਸ ਕੈਂਪ ਹੈ। ਅਤੇ ਯੂਕਰੇਨ ਗੌਰਮੈਂਟ ਵੱਲੋਂ ਡਰਿਲਿੰਗ ਕਰਦੇ ਹੋਏ ਇਹ ਕਿਹਾ ਜਾ ਰਿਹਾ ਵੀ ਕੋਈ ਵੀ ਬੰਦਾ ਬਾਹਰ ਨਾ ਨਿਕਲੇ, ਕੋਈ ਸਾਰੇ ਪਬਲਿਕ ਟਰਾਂਸਪੋਰਟ ਉਹਨਾਂ ਵੱਲੋਂ ਬੰਦ ਕਰਤੀ ਗਈ ਹੈ।
ਤੇ ਬੱਚਾ ਪਹੁੰਚੇਗਾ ਕਿੱਦਾਂ? 1500 ਕਿਲੋਮੀਟਰ ਬੱਚਾ ਜਾਏਗਾ ਕਿਵੇਂ ਜਦੋਂ ਬਾਹਰ ਕੋਈ ਕਨਵੈਂਸ ਸਹੀ ਹੋਈ ਨਹੀਂ, ਫਿਰ ਕਿਵੇਂ ਪਹੁੰਚੇਗਾ? ਇਹ ਵੱਡਾ ਉਹ ਹੈ, ਚਲੋ ਬਹੁਤ ਬੜੀ। ਬੱਚਾ ਕਿਸੇ ਤਰ੍ਹਾਂ ਪ੍ਰਾਈਵੇਟ ਕਾਰ ਕਰਕੇ ਚਲੇ ਗਿਆ, ਮਹਿੰਗੀ ਸਹਿੰਗੀ ਜੋ ਵੀ ਮਤਲਬ ਰੇਟ ਦੇ ਵਿੱਚ ਮਿਲਦੀ ਹੈ, ਲੇਕਿਨ ਉਹਦੀ ਸਿਕਿਉਰਿਟੀ ਕੀ ਹੈ? ਰਸਤੇ ਦੀ ਰਸਤੇ ਦੀ ਸਿਕਿਉਰਿਟੀ ਕੀ ਹੈ ਜਿੱਥੇ ਹਜ਼ਾਰਾਂ ਹੀ ਟੈਂਕਰ ਘੁੰਮ ਰਿਹਾ ਹੈ? 1500 ਕਿਲੋਮੀਟਰ, ਯਾਨੀ ਕਿ ਤੁਸੀਂ ਕਈ ਸ਼ਹਿਰਾਂ ਤੋਂ ਬਾਹਰ ਨਿਕਲਣਾ ਹੈ ਜਿੱਥੇ ਬੰਬਾਰੀ ਹੋ ਰਹੀ ਹੈ। ਕਿਉਂਕਿ ਦੇਖੋ ਕੋਈ ਵੀ ਲੜਾਈ ਹੈ, ਸਿਵੀਲੀਅਨ ਨੂੰ ਬਚਾਉਣ ਵਾਸਤੇ ਉਹਨਾਂ ਵੱਲੋਂ ਆਊਟਰਾਂ ਦੇ ਉੱਪਰ ਬੰਬਾਰੀ ਕੀਤੀ ਜਾ ਰਹੀ ਹੈ ਵੀ ਸਿਵੀਲੀਅਨ ਜਿਹੜੇ ਆਹਤ ਨਾ ਹੋਣ। ਲੇਕਿਨ ਜਦੋਂ ਉਹਨਾਂ ਨੇ 1500 ਕਿਲੋਮੀਟਰ ਜਾਣਾ, 1500 ਕਿਲੋਮੀਟਰ ਆਬਾਦੀਆਂ ਨਹੀਂ ਹੈ, ਉਹ 1500 ਕਿਲੋਮੀਟਰ ਬੱਚਾ ਪਹੁੰਚੇਗਾ ਕਿੱਦਾਂ? ਬਹੁਤ ਵੱਡਾ ਇਸ ਵੇਲੇ ਚਿੰਤਾ ਦਾ ਵਿਸ਼ਾ ਹੈ। ਜਿਹੜੇ ਕਿ ਬੱਚੇ ਯੂਕਰੇਨ ਗਏ ਹੋਏ ਨੇ ਉਹਨਾਂ ਦੇ ਮਾਂ-ਬਾਪ ਦੇ ਲਈ, ਖਾਸ ਕਰ ਮਾਂ-ਬਾਪ ਦੀ ਅਸੀਂ ਗੱਲ ਕਰ ਲਈਏ ਕਿ ਉਹਨਾਂ ਲਈ ਬਹੁਤ ਉਹ ਹੈ। ਜਿਹੜੇ ਆਪਦੇ ਮਿਸਿਸ ਨੇ ਉਹ ਕਿਵੇਂ ਨੇ? ਠੀਕ ਠਾਕ ਨੇ? ਫਿਲਹਾਲ ਠੀਕ ਨੇ, ਲੇਕਿਨ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ, ਕੋਈ ਵੀ ਇੱਕ ਦੂਏ ਨੂੰ ਇਹ ਦਿਖਾਣਾ ਨਹੀਂ ਚਾਹੁੰਦਾ ਵੀ ਮੈਂ ਕੀ ਹਾਂ। ਦੇਖੋ, ਮਾਂ ਜਿਹੜੀ ਹੈ, ਮਾਂ ਦਾ ਔਰ ਪਿਤਾ ਦੇ ਵਿੱਚ ਫਰਕ ਹੁੰਦਾ ਹੈ ਕਿ ਮਾਂ ਦਾ ਜਿਹੜਾ ਦਿਲ ਹੈ ਉਹ ਬੱਚੇ ਦੇ ਲਈ ਜਿਹੜਾ ਕੋਮਲ ਸਮਝਿਆ ਜਾਂਦਾ ਹੈ, ਉਸ ਚੀਜ਼ ਨੂੰ ਕਿਵੇਂ ਸਾਂਭ ਰਹੇ ਹੋ? ਬੜਾ ਮੁਸ਼ਕਿਲ ਹੈ। ਕੱਲ੍ਹ ਤੋਂ ਸਾਡੇ ਫੋਨ ਨਹੀਂ ਬੰਦ ਹੋਏ, ਕਦੇ ਕਿਸੇ ਰਿਲੇਟਿਵ ਦਾ ਫੋਨ, ਕਦੇ ਕਿਸੇ ਦਾ। ਈਵਨ ਕਿ ਤੁਸੀਂ ਦੇਖਿਆ ਤੁਹਾਡੇ ਬੈਠੇ ਕਈ ਫੋਨ ਆ ਚੁੱਕੇ ਨੇ, ਕਾਫੀ ਫੋਨ ਆਏ ਨੇ, ਹੁਣ ਵੀ ਆ ਰਹੇ। ਠੀਕ ਹੈ ਜੀ, ਕਈ ਫੋਨ ਆ ਚੁੱਕੇ ਨੇ ਜਿਨ੍ਹਾਂ 'ਚ ਮਤਲਬ ਇਹ ਚੀਜ਼ਾਂ ਤੁਸੀਂ ਦੇਖਿਆ ਹੀ ਹੈ ਵੀ ਹਰ ਕੋਈ ਪੁੱਛ ਰਿਹਾ ਹੈ। ਸੈਂਟਰ ਜਦੋਂ ਕਿ ਗਵਰਨਮੈਂਟ ਨੂੰ ਪਤਾ ਵੀ ਸੀਗਾ ਇਸ ਗੱਲ ਦਾ ਕਿ ਅਸੀਂ ਆਪਣੀ ਇੰਡੀਅਨ ਗਵਰਨਮੈਂਟ ਦੀ ਗੱਲ ਕਰ ਲਈਏ, ਕਿਉਂਕਿ ਅਮਰੀਕਾ ਨੇ ਵੀ ਕਾਫੀ ਦੇਰ ਪਹਿਲਾਂ ਕਹਿਤਾ ਸੀਗਾ ਕਿ ਜਿੰਨੇ ਵੀ ਯੂਕਰੇਨ ਦੇ ਵਿੱਚ ਸਾਡੇ ਹੈਗੇ ਨੇ, ਅਮਰੀਕਨ ਹੈਗੇ ਨੇ ਉੱਥੇ, ਕਿ ਉਹ ਦੇਸ਼ ਛੱਡ ਦੇਣ। ਅਤੇ ਜਦੋਂ ਇਹ ਗੱਲ ਆਈ ਕਿ ਯੂਨੀਵਰਸਿਟੀਜ਼ ਨੇ ਇਹ ਕਹਿਤਾ ਕਿ ਰਿਪੀਟ ਕਰਨਾ ਪਏਗਾ ਸਾਲ ਅਗਰ ਦੇਸ਼ ਛੱਡ ਕੇ ਜਾਂਦਾ, ਯੂਕਰੇਨ ਛੱਡ ਕੇ ਜਾਂਦੇ ਨੇ। ਉਸ ਤੋਂ ਬਾਅਦ ਇੰਡੀਅਨ ਐਮਬੈਸੀ ਦੇ ਨਾਲ ਕੋਈ ਗੱਲ ਹੋਈ ਐਸੀ ਕਿ ਇਹ ਵੱਡੀ ਦਿੱਕਤ ਹੈ ਕਿ ਸਾਨੂੰ ਅਗਰ ਅਸੀਂ ਛੱਡ ਕੇ ਜਾਂਦੇ ਕਿ ਸਾਨੂੰ ਤਾਂ ਡਿਗਰੀ ਹੀ ਨਹੀਂ ਮਿਲਣੀ ਹੈਗੀ? ਸਟੂਡੈਂਟਸ ਨੇ ਗੱਲ ਕੀਤੀ। ਤੁਸੀਂ ਦੇਖੋ ਕਿੰਨੇ ਬੱਚਿਆਂ ਨੇ ਕੱਲ੍ਹ ਦੇ ਨਿਊਜ਼ ਦੇ ਉੱਪਰ ਕਿਹਾ ਹੈ, ਜੋ ਉੱਥੋਂ ਲਾਈਵ ਟੈਲੀਕਾਸਟ ਹੋਈਆਂ। ਕਈ ਨਿਊਜ਼ ਚੈਨਲਾਂ ਨੇ ਬੱਚਿਆਂ ਦੀ ਆਪਣੀ ਰਿਕਾਰਡਿੰਗ ਕੀਤੀ ਹੋਈ ਵੀ ਦਿਖਾਈ ਹੈ। ਉਹਨਾਂ 'ਚ ਬੱਚਿਆਂ ਵੱਲੋਂ ਬਾਰ-ਬਾਰ ਕਿਹਾ ਗਿਆ ਹੈ ਕਿ ਅਸੀਂ ਅੰਬੈਸਡਰ ਨੂੰ ਆਪਣੀ ਪ੍ਰੋਬਲਮਸ ਦੱਸੀਆਂ, ਲੇਕਿਨ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਯੂਨੀਵਰਸਿਟੀਜ਼ ਦੇ ਉੱਤੇ ਪ੍ਰੈਸ਼ਰ ਨਹੀਂ ਬਣਾਇਆ ਗਿਆ, ਕੋਈ ਪ੍ਰੈਸ਼ਰ ਨਹੀਂ ਬਣਾਇਆ ਗਿਆ। ਸਿਰਫ ਇਹਨਾਂ ਵੱਲੋਂ ਸਟੂਡੈਂਟਸ ਨੂੰ ਐਡਵਾਈਸ ਜਾਰੀ ਕੀਤੀ ਗਈ ਤੁਸੀਂ ਵਾਪਸ ਆ ਜਾਓ, ਲੇਕਿਨ ਸਾਡੀ ਗੌਰਮੈਂਟ ਨੇ, ਇੰਡੀਆ ਗੌਰਮੈਂਟ ਨੇ ਉਹਨਾਂ ਦੇ ਫਿਊਚਰ ਬਾਰੇ ਨਹੀਂ ਸੋਚਿਆ ਵੀ ਸਾਡੀ ਇਕੱਲੀ ਐਡਵਾਈਸ ਦੇ ਨਾਲ ਉਹਨਾਂ ਦਾ ਫਿਊਚਰ ਸੁਰੱਖਿਅਤ ਹੈ ਜਾਂ ਨਹੀਂ। ਇੱਕ ਹੋਰ ਵੱਡੀ ਗੱਲ ਹੈ ਕਿ MBBS ਕਰਨ ਲਈ ਬੱਚੇ ਸਾਡੇ ਇੱਥੋਂ ਉੱਥੇ ਜਾਂਦੇ ਆ, ਯੂਕਰੇਨ ਜਾਂਦੇ ਨੇ। ਕੀ ਕਾਰਨ ਹੈ ਕਿ ਇੱਥੇ ਸਟੱਡੀ ਸਸਤੀ ਨਹੀਂ ਹੈਗੀ MBBS ਲਈ? ਇੱਥੇ ਸਸਤੀ ਜੋ ਪੈਕੇਜ ਹੈ, ਪ੍ਰਾਈਵੇਟ ਯੂਨੀਵਰਸਿਟੀਆਂ ਦਾ ਪੈਕੇਜ ਜੋ ਹੈ ਉਹ 70 ਲੱਖ ਤੋਂ ਲੈ ਕੇ 1.25 ਕਰੋੜ ਰੁਪਏ ਤੱਕ MBBS ਦਾ ਹੈ। ਅਤੇ ਸਾਡੀ ਸਭ ਤੋਂ ਦੁਖਦ ਗੱਲ ਹੈ ਸਾਡਾ ਸਿਸਟਮ, ਜਿਹਦੇ 166 ਨੰਬਰ ਵਾਲੇ ਨੂੰ ਐਡਮਿਸ਼ਨ ਮਿਲ ਜਾਂਦੀ ਹੈ, 450 ਵਾਲੇ ਨੂੰ ਐਡਮਿਸ਼ਨ ਨਹੀਂ ਮਿਲਦੀ। ਯੂਕਰੇਨ ਕਿੰਨੇ ਕੁ ਦੇ ਵਿੱਚ ਜਿਹੜਾ ਕਿ ਬੱਚਾ MBBS ਕਰਕੇ ਆ ਜਾਂਦਾ 6 ਸਾਲ ਦੀ ਸਟੱਡੀ? ਉਹਦੇ 'ਚ ਜੋ ਫੀਸਾਂ ਨੇ ਅਤੇ ਹੋਸਟਲ ਖਰਚਾ ਉਹ ਮਿਲਾ ਕੇ 26.5 ਲੱਖ ਰੁਪਏ ਦਾ ਪੈਕੇਜ ਹੈ। ਬੜਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਅਤੇ ਇਸ ਵੇਲੇ ਤੁਸੀਂ ਆਪਣੀ ਇੰਡੀਅਨ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੋ? ਇੰਡੀਅਨ ਗੌਰਮੈਂਟ ਨੂੰ ਇਹੀ ਹੈ ਕਿ ਇਹਦਾ ਸੋਲੂਸ਼ਨ ਕੱਢਿਆ ਜਾਵੇ, ਬੱਚਿਆਂ ਦਾ ਭਵਿੱਖ ਵੀ ਸੁਰੱਖਿਅਤ ਰੱਖਿਆ ਜਾਵੇ ਅਤੇ ਉਹਨਾਂ ਨੂੰ ਬਾਹਰ ਵੀ ਕੱਢਿਆ ਜਾਵੇ। ਸਾਡੇ ਨਾਲ ਰਾਜੀਵ ਸਿੰਗਲਾ ਜੀ, ਜਿਨ੍ਹਾਂ ਦੇ ਬੇਟੇ ਇਸ ਵੇਲੇ ਯੂਕਰੇਨ ਨੇ ਅਤੇ 3rd ਈਅਰ, ਤੀਸਰਾ ਸਾਲ ਉਹਨਾਂ ਦਾ ਸਟੱਡੀ ਦਾ ਹੈ ਉੱਥੇ। 6th ਈਅਰ ਫਾਈਨਲ ਈਅਰ। 6th ਈਅਰ ਹੈ? 6th ਈਅਰ ਫਾਈਨਲ ਈਅਰ। ਫਾਈਨਲ ਈਅਰ ਹੈ ਇਸ ਟਾਈਮ 'ਤੇ। ਅਤੇ ਉਹਨਾਂ ਦੀ ਵੱਡੀ ਜਿਹੜੀ ਸਮੱਸਿਆ, ਉਸ ਦੇ ਨਾਲ ਨਾਲ ਐਸੇ ਤਰ੍ਹਾਂ ਦੀਆਂ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਦੀਆਂ ਸਮੱਸਿਆਵਾਂ ਹੋਣਗੀਆਂ, ਐਸੀਆਂ ਮੁਸ਼ਕਿਲਾਂ ਹੋਣਗੀਆਂ ਪੇਰੈਂਟਸ ਦੀਆਂ ਵੀ ਕਿ 6th ਈਅਰ ਦਾ ਜਿਹੜਾ ਸਟੂਡੈਂਟ ਹੈ ਉਹ ਤਦ ਹੀ ਉੱਥੋਂ ਵਾਪਸ ਆ ਸਕਦਾ ਹੈ ਅਗਰ ਉਸ ਦੇ ਕੋਲ ਡਿਗਰੀ ਹੋਵੇ। ਅਤੇ ਡਿਗਰੀ ਦੇ ਲਈ ਜਿਹੜਾ ਕਿ ਉਸਨੂੰ ਆਫਲਾਈਨ ਜਿਹੜੀ ਕਲਾਸਿਸ ਲਾਉਣੀਆਂ ਜ਼ਰੂਰੀ ਸਨ। ਅਤੇ ਜਿਹੜੀ ਯੂਨੀਵਰਸਿਟੀਜ਼ ਨੇ ਯੂਕਰੇਨ ਦੀਆਂ, ਉਹਨਾਂ ਨੇ ਇਹ ਗਾਈਡਲਾਈਨ ਜਾਰੀ ਕਰ ਦਿੱਤੀ, ਉਹਨਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਅਗਰ ਕੋਈ ਬੱਚਾ ਜਿਹੜਾ ਕਿ ਇਸ ਵੇਲੇ
ਜਿਹੜਾ ਹੈ ਉਹ ਦੇਸ਼ ਛੱਡ ਕੇ ਜਾ ਰਿਹਾ, ਯੂਕਰੇਨ ਛੱਡ ਕੇ ਜਾ ਰਿਹਾ, ਤਾਂ ਉਸ ਨੂੰ ਜਿਹੜੀ ਹੈ ਕਿ ਉਹ ਡਿਗਰੀ ਨਹੀਂ ਮਿਲੇਗੀ, ਉਸ ਨੂੰ ਰਿਪੀਟ ਕਰਨਾ ਪਏਗਾ। ਰਿਪੀਟ ਦਾ ਮਤਲਬ ਹੈ ਕਿ ਸਾਰਾ ਹੀ ਪ੍ਰੋਸੈਸ ਦੁਬਾਰਾ ਤੋਂ ਅਡੋਪਟ ਕਰਨਾ ਪਏਗਾ, ਜਿਸ ਦੇ ਪ੍ਰਤੀ ਜਿਹੜੀ ਹੈ ਕਿ ਰਾਜੀਵ ਜੀ ਨੇ ਦੱਸਿਆ ਕਿ ਉੱਥੇ ਤੋਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਬਾਰ-ਬਾਰ ਜਿਹੜੇ ਕਿ ਇੰਡੀਅਨ ਗਵਰਨਮੈਂਟ ਨੂੰ, ਇੰਡੀਅਨ ਐਮਬੈਸੀ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਇਸ ਵੇਲੇ ਕਿ ਜਿਹੜੀ ਯੂਨੀਵਰਸਿਟੀਜ਼ ਨੇ ਉਹ ਪ੍ਰੈਸ਼ਰ ਬਣਾ ਰਹੀਆਂ ਨੇ ਕਿ ਉਹ ਯੂਨੀਵਰਸਿਟੀ ਛੱਡ ਕੇ ਨਾ ਜਾਣ, ਕਿਉਂਕਿ ਅਗਰ ਉਹ ਛੱਡ ਕੇ ਜਾਂਦੇ ਆ ਤਾਂ ਉਹ ਜਿਹੜੇ ਕਿ ਖਾਸ ਕਰ ਜਿਹੜੇ 6th ਈਅਰ ਦੇ ਸਟੂਡੈਂਟ ਨੇ ਜਿਨ੍ਹਾਂ ਦਾ 6ਵਾਂ ਸਾਲ ਇਸ ਵੇਲੇ ਚੱਲ ਰਿਹਾ ਹੈ, ਉਹਨਾਂ ਨੂੰ ਡਿਗਰੀ ਨਹੀਂ ਮਿਲੇਗੀ। ਡਿਗਰੀ ਨਹੀਂ ਮਿਲੇਗੀ ਤਾਂ ਬੱਚੇ ਦਾ ਫਿਊਚਰ ਹਨੇਰੇ ਦੇ ਵਿੱਚ, ਉਸਨੇ 6 ਸਾਲ ਉੱਥੇ ਲਗਾ ਦਿੱਤੇ ਨੇ। ਤੇ ਉਸ ਦੇ ਨਾਲ ਵੱਡੀ ਗੱਲ ਜਿਹੜੀ ਰਾਜੀਵ ਜੀ ਨੇ ਕਹੀ ਕਿ ਸਾਡਾ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਵੱਡੀਆਂ ਖਾਮੀਆਂ ਨੇ। ਉੱਥੇ ਜਿਹੜਾ ਯੂਕਰੇਨ ਦੇ ਵਿੱਚ ਜਿਹੜਾ ਕਿ ਮੈਡੀਕਲ ਬੇਸ 'ਤੇ, MBBS ਬੇਸ 'ਤੇ, ਡਾਕਟਰ ਬੇਸ 'ਤੇ ਹੱਬ ਵੀ ਮੰਨਿਆ ਜਾਂਦਾ ਹੈ, ਜਿੱਥੋਂ ਬਹੁਤ ਜ਼ਿਆਦਾ ਬੱਚੇ ਜਿਹੜੇ ਨੇ ਸਟੱਡੀ ਕਰਕੇ ਆਉਂਦੇ ਨੇ, ਇੰਡੀਆ ਆਉਂਦੇ ਨੇ, ਡਾਕਟਰੀ ਲਾਈਨ ਦੇ ਵਿੱਚ ਜਾਂਦੇ ਨੇ। ਉਹ ਉੱਥੇ ਜਿਹੜੀ ਹੈ ਕਿ 25 ਜਾਂ 30 ਲੱਖ ਦੇ ਵਿੱਚ ਜਿਹੜੀ ਹੈ ਬੱਚੇ ਦਾ MBBS ਜਿਹੜੀ ਆ ਉਸਦੀ ਜਿਹੜੀ ਸਟੱਡੀ ਆ ਉਹ ਡਿਪਲੋਮਾ ਜਿਹੜਾ ਉਹ ਪੂਰਾ ਕੋਰਸ ਹੋ ਜਾਂਦਾ। ਅਤੇ ਉਸ ਦੇ ਨਾਲ ਜੇ ਅਗਰ ਇੰਡੀਆ ਦੇ ਵਿੱਚ ਦੇਖੀਏ ਤਾਂ ਉਹ ਤਕਰੀਬਨ 1 ਕਰੋੜ ਦੇ ਵਿੱਚ ਪੈਂਦਾ, 70 ਲੱਖ ਤੋਂ ਲੈ ਕੇ 1 ਕਰੋੜ ਦੇ ਵਿੱਚ ਪੈਂਦਾ, ਜਿਸ ਦੇ ਪ੍ਰਤੀ ਵੀ ਇੰਡੀਅਨ ਗੌਰਮੈਂਟ ਨੂੰ ਸੋਚਣ ਦੀ ਜ਼ਰੂਰਤ ਹੈ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਇੱਥੇ ਸਟੱਡੀ ਕਰਨ ਔਰ ਇੱਥੋਂ ਹੀ ਵਧੀਆ ਭਵਿੱਖ ਦੇ ਲਈ ਸਮਾਜ ਦੇ ਵਿੱਚ ਅੱਗੇ ਵਿਚਰ ਸਕਣ, ਤਾਂ ਕਿ ਜਿਸ ਤਰ੍ਹਾਂ ਦੀ ਇਸ ਵੇਲੇ ਯੂਕਰੇਨ ਦੇ ਅੰਦਰ ਜਿਹੜੀ ਪ੍ਰੋਬਲਮਸ ਬੱਚਿਆਂ ਨੂੰ ਕ੍ਰੀਏਟ ਕਰਨੀ ਪਈ ਹੈ ਔਰ ਉਸ ਦੇ ਨਾਲ ਇਸ ਵੇਲੇ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ। ਇੱਥੇ ਜਿਹੜੇ ਪੇਰੈਂਟਸ ਬੈਠੇ ਨੇ ਬੱਚਿਆਂ ਦੇ ਉਹ ਵੀ ਪਰੇਸ਼ਾਨ ਨੇ, ਅਤੇ ਗੌਰਮੈਂਟ ਨੂੰ ਸੋਚਣਾ ਚਾਹੀਦਾ। ਅਤੇ ਵੱਡੀ ਗੱਲ ਕਿ ਕੈਂਪ ਜਿਹੜੇ ਨੇ, ਬੇਸ ਕੈਂਪ ਜਿਹੜੇ ਨੇ ਗੌਰਮੈਂਟ ਨੇ, ਇੰਡੀਅਨ ਗੌਰਮੈਂਟ ਨੇ ਕਿਹਾ ਕਿ ਜਿਹੜੇ ਲਗਾਏ ਨੇ ਉਹ ਜਿੱਥੇ ਬੱਚੇ ਬੈਠੇ ਨੇ ਉੱਥੋਂ 1500 ਕਿਲੋਮੀਟਰ ਹੈ, 1500 ਕਿਲੋਮੀਟਰ ਜਾਣਾ ਪੋਸੀਬਲ ਨਹੀਂ, ਜਿਸ ਦੇ ਪ੍ਰਤੀ ਵੀ ਗੌਰਮੈਂਟ ਨੂੰ ਚਾਹੀਦਾ ਕਿ ਸਟੂਡੈਂਟਸ ਨੂੰ ਜਿੱਥੇ ਉਹ ਬੈਠੇ ਨੇ ਉੱਥੋਂ ਤੋਂ ਬੇਸ ਕੈਂਪ ਤੱਕ ਜਾਣ ਦੇ ਲਈ ਉਹਨਾਂ ਦੀ ਸੇਫਟੀ ਦਾ ਧਿਆਨ ਕਰਨ। ਅਜੇ ਰਠੌਰ, ਡੇਲੀ ਪੋਸਟ ਪੰਜਾਬੀ।